ਜੈ ਮਸੀਹ ਦੀ ਪਿਆਰੇ ਦਰਸ਼ਕੋ, ਜਿੰਨੇ ਵੀ ਭੈਣ ਭਰਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਆਪਣੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਅੱਜ ਇੱਕ ਹੋਰ ਮੌਕਾ ਬਖਸ਼ਿਆ ਕਿ ਤੁਹਾਡੇ ਨਾਲ ਉਸ ਦੇ ਵਚਨ ਦੀ ਸੇਵਕਾਈ ਕਰ ਸਕੀਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਭੋਜ ਦੇ ਬਾਰੇ ਜ਼ਿਕਰ ਕਰ ਰਹੇ ਸੀ। ਅਸੀਂ ਵੇਖਿਆ ਕਿ ਇਹ ਉਹ ਆਗਿਆ ਹੈ ਜੋ ਸਾਡੇ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਆਪ ਦਿੱਤੀ ਹੈ। ਇਹ ਸਾਨੂੰ ਪ੍ਰਭੂ ਯਿਸੂ ਜੀ ਦੇ ਸਾਡੇ ਪਾਪਾਂ ਦੇ ਖਾਤਰ ਮਾਰੇ ਜਾਣ, ਗੱਡੇ ਜਾਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਰੇ ਯਾਦ ਕਰਵਾਉਂਦੀ ਹੈ। ਪ੍ਰਭੂ ਭੋਜ ਦੇ ਬਾਰੇ ਜਾਣਨ ਦੇ ਲਈ ਬਾਈਬਲ ਵਿੱਚੋਂ ਜਿਹੜਾ ਹਵਾਲਾ ਇਸਤੇਮਾਲ ਕੀਤਾ ਗਿਆ ਉਹ ਸੀ ਪਹਿਲਾ ਕਰੰਥੀਆਂ 11 ਅਧਿਆਏ ਉਹਦੀ 17 ਤੋਂ ਲੈ ਕੇ 34 ਆਇਤਾਂ ਤੱਕ ਦੇ ਵਚਨ। ਇਸ ਨੂੰ ਸਮਝਣ ਦੇ ਲਈ ਇਸ ਪ੍ਰੋਗਰਾਮ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਹਿੱਸਾ ਬੰਦਗੀ ਦਾ ਅਪਮਾਨ, ਦੂਜਾ ਹਿੱਸਾ ਬੰਦਗੀ ਦੀ ਯਾਦਗਾਰੀ ਅਤੇ ਤੀਜਾ ਹਿੱਸਾ ਬੰਦਗੀ ਦੇ ਲਈ ਤਿਆਰੀ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਪ੍ਰਭੂ ਭੋਜ ਦੇ ਬਾਰੇ ਕਾਫੀ ਗੱਲਾਂ ਨੂੰ ਸਿੱਖ ਲਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਨੂੰ ਅੱਗੇ ਵਧਾਵਾਂਗੇ। ਤਾਂ ਫਿਰ ਆਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਅੱਜ ਦੇ ਅਧਿਐਨ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਕਿ ਜੇਕਰ ਅਸੀਂ ਮਸੀਹ ਦੀ ਦੇਹ ਵਿੱਚ ਜੁੜ ਕੇ ਇਕੱਠੇ ਨਹੀਂ ਹੁੰਦੇ, ਸਾਡੇ ਆਪਣੇ ਮਨਾਂ ਦੇ ਵਿੱਚ ਜੋ ਅਸੀਂ ਉਸ ਦੇ ਵਿੱਚ ਰੱਖਦੇ ਹਾਂ, ਜੇਕਰ ਉਹ ਨਹੀਂ ਹੁੰਦੀ, ਉਸ ਦੇ ਪ੍ਰਤੀ ਸਮਰਪਿਤ ਨਾ ਹੋ ਕੇ ਅਸੀਂ ਆਉਂਦੇ ਹਾਂ, ਜੇਕਰ ਅਸੀਂ ਆਪਣੀਆਂ ਛੋਟੇ-ਛੋਟੇ ਫਰਕਾਂ ਨੂੰ ਅਤੇ ਆਪਣੀ ਸਮਝ ਦੇ ਅਨੁਸਾਰ ਕੀ ਕੁਝ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਸਾਡੀ ਪਰਮੇਸ਼ਰ ਦੀ ਬੰਦਗੀ ਵਿੱਚ ਜੇਕਰ ਉਸ ਨੂੰ ਦਖਲ ਹੋਣ ਦਿੰਦੇ ਹਾਂ, ਤਦ ਅਸੀਂ ਪਰਮੇਸ਼ਰ ਨੂੰ ਠੋਕਰ ਪਹੁੰਚਾਉਂਦੇ ਹਾਂ। ਇਸ ਅਧਿਆਏ ਦੇ ਆਖਰ ਵਿੱਚ ਉਹ ਕਠੋਰ ਭਾਸ਼ਾ ਦਾ ਅਰਥ ਸਾਡੇ ਵਾਸਤੇ ਹੈ। ਸ਼ਾਇਦ ਆਪ ਨੇ ਸੋਚਿਆ ਸੀ ਕਿ ਆਪ ਦੇ ਲਈ ਇਹ ਸੰਭਵ ਸੀ ਕਿ ਤੁਸੀਂ ਕਲੀਸਿਆ ਵਿੱਚ ਆਓ ਅਤੇ ਪ੍ਰਭੂ ਦੀ ਬੰਦਗੀ ਕਰੋ, ਜੇਕਰ ਆਪ ਆਪਣੇ ਫਲਾਣੇ ਭਰਾ ਨੂੰ ਫਲਾਣੀ ਭੈਣ ਦੇ ਨਾਲ ਇੱਕ ਮਨ ਨਾ ਵੀ ਹੋਵੇ, ਇੱਥੋਂ ਤੱਕ ਕਿ ਜੇਕਰ ਤੁਹਾਡੇ ਦਿਲ ਦੇ ਵਿੱਚ ਕੁੜੱਤਣ ਵੀ ਹੋਵੇ। ਪਰ ਮੈਂ ਤੁਹਾਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ, ਪਰਮੇਸ਼ਰ ਇਸ ਨੂੰ ਆਪਣੀ ਬੰਦਗੀ ਦਾ ਅਪਮਾਨ ਹੋਣ ਵਜੋਂ ਲੈਂਦਾ ਹੈ। ਅਤੇ ਜਦੋਂ ਆਪ ਪਰਮੇਸ਼ਰ ਦੀਆਂ ਗੱਲਾਂ ਦੇ ਵਿੱਚ ਏਕਤਾ ਰੱਖਣ ਦੀ ਬਜਾਏ ਆਪਣੇ ਮਨ ਵਿੱਚ ਫੋਟਕ ਲੈ ਕੇ ਇਕੱਠੇ ਹੁੰਦੇ ਹੋ ਅਤੇ ਆਪ ਉਸ ਨੂੰ ਲੈਂਦੇ ਹੋ ਜੋ ਕਿ ਪਰਮੇਸ਼ਰ ਨੇ ਬਿਹਤਰੀ ਦੇ ਲਈ ਜਿਸ ਦਾ ਇਰਾਦਾ ਰੱਖਿਆ ਸੀ ਅਤੇ ਜਿਸ ਨੂੰ ਆਪ ਨੇ ਖਰਾਬੀ ਵਿੱਚ ਬਦਲ ਦਿੱਤਾ ਹੈ, ਐੜਾ ਭਾਗ ਉਹਨਾਂ ਵਿੱਚ ਕੋਈ ਸਮਝ ਨਹੀਂ ਸੀ। ਦੂਸਰੀ ਗੱਲ ਜੋ ਕਿ ਉਹ ਬੰਦਗੀ ਦੇ ਅਪਮਾਨ ਦੇ ਬਾਰੇ ਗੱਲ ਕਰਦੇ ਆਖਦਾ ਹੈ, ਪਹਿਲਾਂ ਅਸੀਂ ਵੇਖਿਆ ਸੀ ਉਹਨਾਂ ਵਿੱਚ ਕੋਈ ਸਮਝ ਨਹੀਂ ਸੀ। ਦੂਸਰੀ ਗੱਲ ਹੈ ਕਿ ਕੋਈ ਸਮਝ ਨਹੀਂ ਸੀ। 20 ਆਇਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਆਇਸ਼ਾ ਰਵਾਨੀ ਖਾਣ ਲਈ ਨਹੀਂ ਹੋ ਸਕਦਾ। ਅਤੇ ਆਖਰ ਦੇ ਵਿੱਚ ਪੌਲੁਸ ਫਿਰ ਆਖਦਾ, ਮੈਂ ਤੁਹਾਡੀ ਵਡਿਆਈ ਨਹੀਂ ਕਰਦਾ। ਕਰੰਥੀਆਂ ਦੀ ਸਭਿਅਤਾ ਦੇ ਅਜੇ ਵੀ ਕੁਝ ਥਾਵਾਂ ਤੇ ਅਭਿਆਸ ਕੀਤਾ ਜਾਂਦਾ ਹੈ ਜਦੋਂ ਉਹਨਾਂ ਵਿਚਕਾਰ ਪ੍ਰਭੂ ਭੋਜ ਦੀ ਸਭਾ ਰੱਖੀ ਜਾਂਦੀ ਹੈ। ਇਸ ਦਾ ਆਰੰਭ ਪ੍ਰੇਮ ਭੋਜ ਆਖੀ ਜਾਣ ਵਾਲੀ ਸੇਵਾ ਦੇ ਦੁਆਰਾ ਕੀਤਾ ਗਿਆ ਸੀ। ਅੱਧ ਵਿਚਕਾਰ ਅਜਿਹਾ ਕੁਝ ਵੀ ਨਹੀਂ ਹੈ ਜਿਸ ਦੀ ਤੁਲਨਾ ਅਸੀਂ ਅੱਜ ਇਸ ਨਾਲ ਕਰ ਸਕੀਏ, ਸਿਵਾਏ ਇਸ ਦੇ ਕਿ ਅੱਜ ਸਾਡੀ ਕਲੀਸਿਆ ਦੇ ਵਿੱਚ ਵਜੋਂ ਆਖਿਆ ਜਾਂਦਾ ਹੈ। ਇੱਕ ਪਾਸਵਾਨ ਦੇ ਬਾਰੇ ਮੈਂ ਹੁਣੇ ਪੜ੍ਹਿਆ ਸੀ ਕਿ ਉਸ ਨੇ ਆਖਿਆ ਸੀ ਕਿ ਉਹ ਇਹਨਾਂ ਭੋਜਾਂ ਨੂੰ ਆਖਣਾ ਪਸੰਦ ਨਹੀਂ ਕਰਦਾ ਕਿਉਂਕਿ ਉਹ ਕਿਸਮਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਅਤੇ ਉਸ ਨੇ ਸ਼ਬਦ ਨੂੰ ਬਦਲ ਕੇ ਇਸ ਨੂੰ ਆਪਣੀ ਕਲੀਸਿਆ ਦੇ ਵਿੱਚ ਬਹੁਤ ਹੀ ਪਸੰਦ ਭੋਜ ਕਰਕੇ ਆਖਿਆ ਸੀ। ਮੈਂ ਸੋਚਦਾ ਹਾਂ ਕਿ ਇਹ ਇੱਕ ਅੱਛਾ ਸ਼ਬਦ ਹੈ ਕਿ ਇਸ ਤਰ੍ਹਾਂ ਨਹੀਂ ਹੈ। ਸਾਡੇ ਬਹੁਤ ਪਸੰਦ ਭੋਜ ਉਸ ਪ੍ਰੇਮ ਭੋਜ ਦੀ ਤਰ੍ਹਾਂ ਹਨ ਅਤੇ ਜੋ ਕੁਝ ਵਰਪਿਆ ਸੀ ਉਹ ਇਸ ਤਰ੍ਹਾਂ ਸੀ। ਹਰੇਕ ਕਲੀਸਿਆ ਦੇ ਅੰਦਰ ਉਸ ਖਾਣੇ ਦੇ ਦੌਰਾਨ ਆਪਣੇ ਨਾਲ ਲਿਆਉਂਦਾ ਸੀ। ਹਰੇਕ ਆਪਣੇ ਭਾਂਡੇ ਲਿਆਉਂਦੇ ਅਤੇ ਉਹ ਉਸ ਨੂੰ ਇੱਕ ਮੇਜ਼ ਉੱਪਰ ਰੱਖ ਦਿੰਦੇ ਸਨ ਅਤੇ ਫਿਰ ਸਾਰੇ ਇਕੱਠੇ ਆਉਣਗੇ ਅਤੇ ਉਹਨਾਂ ਵਿੱਚੋਂ ਹਰੇਕ ਉਸ ਭੋਜਨ ਦੇ ਵਿੱਚੋਂ ਕੁਝ ਲਵੇਗਾ। ਇਸ ਤਰ੍ਹਾਂ ਵਚਨ ਦੀ ਸੱਚੀ ਭਾਵਨਾ ਨਾਲ ਇਸ ਸੰਗਤ ਭੋਜ ਦਾ ਆਨੰਦ ਉਹ ਮਾਣਦੇ ਸਨ ਅਤੇ ਇਹ ਪ੍ਰਭੂ ਦੀ ਮੇਜ਼ ਦੇ ਲਈ ਤਿਆਰੀ ਹੁੰਦੀ ਸੀ। ਪਰ ਪੌਲੁਸ ਆਖਦਾ ਹੈ ਕਿ ਜੋ ਕੁਝ ਇਸ ਕਲੀਸਿਆ ਦੇ ਵਿੱਚ ਵਰਪਿਆ ਸੀ ਉਹ ਇਹ ਸੀ, ਉਹਨਾਂ ਨੇ ਪ੍ਰਭੂ ਭੋਜ ਨੂੰ ਉਹਨਾਂ ਦੇ ਆਪਣੇ ਭੋਜ ਵਿੱਚ ਬਦਲ ਦਿੱਤਾ ਸੀ। ਅਤੇ ਜੋ ਲੋਕ ਅਮੀਰ ਸਨ ਉਹ ਬਹੁਤ ਅੱਛਾ ਭੋਜਨ ਲਿਆਉਂਦੇ ਸਨ ਅਤੇ ਉਹ ਇਸ ਨੂੰ ਸਾਰੇ ਜੋ ਉੱਥੇ ਮੌਜੂਦ ਸਨ ਉਹਨਾਂ ਦੇ ਦੁਆਰਾ ਲੈ ਜਾਣ ਦੇ ਲਈ ਮੇਜ਼ ਉੱਤੇ ਰੱਖਣ ਦੀ ਬਜਾਏ ਉਹ ਤਾਂ ਆਪਣੇ ਭੋਜਨ ਨੂੰ ਹੀ ਖਾਂਦੇ ਸਨ। ਉਹ ਖੁਦ ਹੀ ਇਸ ਨੂੰ ਖਾਂਦੇ ਸਨ ਅਤੇ ਉਹ ਲੋਕ ਜਿਨ੍ਹਾਂ ਦੇ ਕੋਲ ਜ਼ਿਆਦਾ ਕੁਝ ਖਾਣ ਨੂੰ ਨਹੀਂ ਸੀ ਹੁੰਦਾ ਤੇ ਨਹੀਂ ਸੀ ਲਿਆਉਂਦੇ, ਉਹ ਭੁੱਖੇ ਰਹਿ ਜਾਂਦੇ ਸਨ। ਅਸਲ ਵਿੱਚ ਇਸ ਵਚਨ ਦੇ ਭਾਗ ਵਿੱਚ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਉਹ ਸਿਰਫ ਆਪਣਾ ਭੋਜਨ ਹੀ ਨਹੀਂ ਸਨ ਲਿਆਉਂਦੇ, ਬਲਕਿ ਉਹਨਾਂ ਦੀ ਆਪਣੀ ਸ਼ਰਾਬ ਵੀ ਨਾਲ ਲਿਆਉਂਦੇ ਸਨ।
ਅਤੇ ਸਾਡੀ ਅੱਜ ਦੀ ਭਾਸ਼ਾ ਵਿੱਚ ਉਹਨਾਂ ਵਿੱਚ ਕੁਝ ਕੁ ਆਪਣੇ ਭੋਜਨ ਦੇ ਦੁਆਰਾ ਪੇਟ ਭਰ ਕੇ ਖਾਂਦੇ ਸਨ ਅਤੇ ਉਹ ਇਸ ਦੇ ਦੁਆਰਾ ਮਤਵਾਲੇ ਹੋ ਜਾਂਦੇ ਸਨ, ਜੋ ਕੁਝ ਉਹ ਪੀਣ ਦੇ ਲਈ ਲਿਆਉਂਦੇ ਹੁੰਦੇ ਸਨ। ਅਤੇ ਹਮੇਸ਼ਾ ਹੀ ਇਹ ਵਰਤਦਾ ਸੀ ਅਤੇ ਅਮੀਰ ਲੋਕ ਆਪਣੀ ਖੁਦ ਹੀ ਛੋਟੀ ਜਿਹੀ ਟੋਲੀ ਦੇ ਨਾਲ ਇਕੱਠੇ ਹੁੰਦੇ ਸਨ ਅਤੇ ਗਰੀਬ ਲੋਕਾਂ ਕੋਲ ਜ਼ਿਆਦਾ ਕੁਝ ਖਾਣ ਨੂੰ ਨਹੀਂ ਸੀ ਹੁੰਦਾ, ਜੋ ਕਿ ਉਹਨਾਂ ਦੀ ਆਪਣੀ ਟੋਲੀ ਵਿੱਚ ਹੀ ਬੈਠਦੇ ਸਨ ਅਤੇ ਉਹ ਭੁੱਖੇ ਰਹਿ ਜਾਂਦੇ ਸਨ ਅਤੇ ਉਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ ਹੁੰਦਾ। ਇਸ ਤਰ੍ਹਾਂ ਉਹ ਪ੍ਰੇਮ ਭੋਜ ਜੋ ਕੀ ਹੁੰਦੀ ਸੀ, ਉਹ ਤਾਂ ਦੂਸਰਿਆਂ ਦੇ ਨੱਕ ਚੜਾਉਣ ਵਿੱਚ ਬਦਲ ਜਾਂਦਾ ਸੀ। ਉਹਨਾਂ ਉੱਤੇ ਜੋ ਦੂਸਰਿਆਂ ਜਿੰਨੇ ਕਿਸਮਤ ਵਾਲੇ ਨਹੀਂ ਸਨ, ਅਸਲ ਵਿੱਚ ਉਹ ਜਿਨ੍ਹਾਂ ਨੇ ਇਸ ਦਾ ਅਧਿਐਨ ਕੀਤਾ ਹੈ ਕਿ ਕਰੰਥੀਆਂ ਵਿੱਚ ਕੀ ਵਰਪਿਆ ਸੀ, ਉਹ ਇਸ ਤਰ੍ਹਾਂ ਆਖਦੇ ਹਨ ਕਿ ਜੋ ਅਮੀਰ ਲੋਕ ਹੁੰਦੇ ਸਨ, ਜੋ ਸਭ ਤਰ੍ਹਾਂ ਦੇ ਭੋਜਨ ਉਹਨਾਂ ਦੇ ਕੋਲ ਹੁੰਦੇ ਸੀ, ਉਸ ਦਾ ਵਿਖਾਵਾ ਕਰਦੇ ਸਨ ਅਤੇ ਉਹ ਜਾਣ ਬੁੱਝ ਕੇ ਉਹਨਾਂ ਲੋਕਾਂ ਦੇ ਸਾਹਮਣੇ ਖਾਣ ਦਾ ਬਹਾਨਾ ਕਰਦੇ ਸਨ ਜਿਨ੍ਹਾਂ ਕੋਲ ਜ਼ਿਆਦਾ ਕੁਝ ਨਹੀਂ ਸੀ ਹੁੰਦਾ। ਇੱਕ ਸੇਵਕ ਦੇ ਬਾਰੇ ਇੱਕ ਕਹਾਣੀ ਦੱਸੀ ਗਈ ਹੈ ਜੋ ਕਿ ਮਰਨ ਤੋਂ ਬਾਅਦ ਸਵਰਗ ਨੂੰ ਗਿਆ। ਉਸ ਨੂੰ ਇੱਕ ਸਵਰਗਦੂਤ ਨੇ ਕਿਹਾ ਕਿ ਉਹ ਇਹੋ ਜਿਹੀ ਇੱਕ ਬੰਦਗੀ ਸਭਾ ਕਰਨੀ ਚਾਹੇਗਾ ਜੋ ਕਿ ਹੇਠਾਂ ਧਰਤੀ ਉੱਤੇ ਹੋ ਰਹੀ ਸੀ। ਸਵਰਗਦੂਤ ਉਸ ਨੂੰ ਉਚਿਤ ਜਗ੍ਹਾ ਤੇ ਲੈ ਗਿਆ ਜਿੱਥੇ ਕਿ ਸਵਰਗਦੂਤ ਨੇ ਉਸ ਦੀ ਬੰਦਗੀ ਸਭਾ ਨੂੰ ਦੇਖਿਆ ਅਤੇ ਜਦੋਂ ਉਹ ਸੇਵਕ ਧਰਤੀ ਉੱਤੇ ਕੀਤੀ ਜਾਣ ਵਾਲੀ ਬੰਦਗੀ ਨੂੰ ਦੇਖ ਰਿਹਾ ਸੀ, ਉਸਨੇ ਵੇਖਿਆ ਕਿ ਲੋਕ ਗਾਉਣ ਦੇ ਲਈ ਖੜੇ ਹੋਏ ਅਤੇ ਉਸਨੇ ਇੱਕ ਇਕੱਲੇ ਗਾਉਣ ਵਾਲੇ ਨੂੰ ਗਾਉਣ ਲਈ ਖੜੇ ਹੁੰਦੇ ਵੇਖਿਆ। ਉਸਨੇ ਉਸ ਵਿਅਕਤੀ ਨੂੰ ਵੀ ਦੇਖਿਆ ਜੋ ਦਾਨ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਖੜਾ ਹੋਇਆ ਸੀ ਅਤੇ ਫਿਰ ਉਸਨੇ ਪਾਸਵਾਨ ਨੂੰ ਸੰਦੇਸ਼ ਦੇਣ ਲਈ ਖੜੇ ਹੁੰਦੇ ਵੇਖਿਆ। ਪਰ ਉਸਨੇ ਸੋਚਿਆ ਕਿ ਸ਼ਾਇਦ ਉਹਦੇ ਸੁਣਨ ਨਾਲ ਸੰਬੰਧਿਤ ਕੁਝ ਵਾਪਰ ਰਿਹਾ ਹੈ, ਕਿਉਂਕਿ ਭਾਵੇਂ ਉਸਨੇ ਉਹਨਾਂ ਨੂੰ ਵੇਖਿਆ ਸੀ ਫਿਰ ਵੀ ਉਹ ਉਹਨਾਂ ਨੂੰ ਕੁਝ ਆਖਦਾ ਨਹੀਂ ਸੀ ਸੁਣ ਸਕਿਆ ਅਤੇ ਨਾ ਹੀ ਇਹ ਸਮਝ ਸਕਿਆ ਸੀ ਜੋ ਕੁਝ ਵੀ ਹੋ ਰਿਹਾ ਸੀ। ਇਸ ਕਰਕੇ ਉਸਨੇ ਸਵਰਗਦੂਤ ਕੋਲ ਜਾ ਕੇ ਆਖਿਆ, ਆਵਾਜ਼ ਕਿੱਥੇ ਹੈ? ਮੈਂ ਤਾਂ ਕੁਝ ਨਹੀਂ ਵੇਖਿਆ, ਇਹ ਸਭ ਕੀ ਹੋ ਰਿਹਾ ਹੈ? ਅਤੇ ਸਵਰਗਦੂਤ ਨੇ ਆਖਿਆ, ਮੈਂ ਤਾਂ ਆਪ ਨੂੰ ਦੱਸਣਾ ਭੁੱਲ ਹੀ ਗਿਆ ਕਿ ਇੱਥੇ ਸਵਰਗ ਦੇ ਵਿੱਚ ਇੱਕੋ ਹੀ ਇੱਕ ਬੰਦਗੀ ਜੋ ਅਸੀਂ ਸੁਣਦੇ ਹਾਂ ਉਹੀ ਬੰਦਗੀ ਹੁੰਦੀ ਹੈ ਜੋ ਕਿ ਦਿਲ ਵਿੱਚੋਂ ਨਿਕਲਦੀ ਅਤੇ ਜੋ ਕੁਝ ਅਸੀਂ ਵੇਖ ਰਹੇ ਹਾਂ ਇਹ ਤਾਂ ਸਭ ਉਹੀ ਹੈ ਜੋ ਬੁੱਲਾਂ ਵਿੱਚੋਂ ਨਿਕਲਦਾ ਹੈ। ਇਸ ਕਰਕੇ ਅਸੀਂ ਕਦੇ ਵੀ ਇਸ ਨੂੰ ਇੱਥੇ ਨਹੀਂ ਸੁਣਦੇ। ਇਹ ਇੱਕ ਕਲਪਨਾ ਕਹਾਣੀ ਹੈ ਪਰ ਇਸ ਵਿੱਚ ਕੁਝ ਸੱਚਾਈ ਜ਼ਰੂਰ ਹੈ, ਕਿਉਂਕਿ ਮੈਂ ਅਸਲ ਵਿੱਚ ਉਸ ਬੰਦਗੀ ਵਿੱਚ ਵਿਸ਼ਵਾਸ ਨਹੀਂ ਕਰਦਾ ਜੋ ਕਿ ਅਸੀਂ ਆਪਣੀਆਂ ਖੁਦ ਦੀਆਂ ਨਿੱਜੀ ਪ੍ਰਾਥਮਿਕਤਾ ਅਤੇ ਆਪਣੇ ਖੁਦ ਦੇ ਨਿੱਜੀ ਘਮੰਡ ਅਤੇ ਆਪਣੇ ਖੁਦ ਦੇ ਵਿਅਕਤੀਗਤ ਇੱਛਾ ਨੂੰ ਮੁੱਖ ਰੱਖਦਿਆਂ ਕਰਦੇ ਹਾਂ। ਨੰਬਰ 2, ਬੰਦਗੀ ਦੀ ਵਿਆਖਿਆ। ਪੌਲੁਸ ਉਹਨਾਂ ਦੀ ਬੰਦਗੀ ਦੀ ਕੁਬਰਤਾ ਦੇ ਮੌਕੇ ਨੂੰ ਲੈ ਕੇ ਹੁਣ ਦੂਸਰੀ ਗੱਲ ਬੰਦਗੀ ਦੇ ਅਪਮਾਨ ਦੀ ਵਿਆਖਿਆ ਕਰਨ ਤੋਂ ਬਾਅਦ ਹੁਣ ਉਹ ਸਾਨੂੰ ਬੰਦਗੀ ਦੀ ਵਿਆਖਿਆ ਵਰਦਾਨ ਕਰਨ ਵੱਲ ਆਉਂਦਾ ਹੈ। 23 ਐਤ ਤੋਂ ਆਰੰਭ ਕਰਕੇ ਕੀ ਉਹ ਆਖਦਾ ਹੈ ਕਿ 10 ਅਧਿਆਏ ਉਸ ਦੀ 23 ਐਤ, ਪਹਿਲਾ ਕਰੰਥੀਆਂ ਦੀ ਪੱਤਰੀ 11 ਅਧਿਆਏ 22 ਅਤੇ 23 ਐਤਾਂ ਤੋਂ ਉਹ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ, ਭਲਾ ਖਾਣ ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ ਅਥਵਾ ਤੁਸੀਂ ਪਰਮੇਸ਼ਰ ਦੀ ਕਲੀਸਿਆ ਨੂੰ ਤੁੱਛ ਸਮਝਦੇ ਅਤੇ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਲੱਜਿਆਵਾਨ ਕਰਦੇ ਹੋ। ਮੈਂ ਤੁਹਾਨੂੰ ਕੀ ਆਖਾਂ? ਭਲਾ ਇਸ ਵਿੱਚ ਤੁਹਾਡੀ ਵਡਿਆਈ ਕਰਾਂ? ਮੈਂ ਤੁਹਾਡੀ ਵਡਿਆਈ ਨਹੀਂ ਕਰਦਾ ਹਾਂ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਾਇਆ ਗਿਆ ਸੀ ਰੋਟੀ ਲਈ, ਫਿਰ ਪੌਲੁਸ ਉਸ ਮਹਾਨ ਅਤੇ ਮਹਿਮਾਮਈ ਵਚਨ ਦੇ ਭਾਗ ਨੂੰ ਸਾਡੇ ਲਈ ਬਿਆਨ ਕਰਦਾ ਹੈ ਤੇ ਇਸ ਦੀ ਵਿਆਖਿਆ ਕਰਦਾ ਹੈ ਜੋ ਕਿ ਸਾਡੇ ਲਈ ਇਹ ਵਿਆਖਿਆ ਕਰਦਾ ਹੈ ਕਿ ਹਰ ਇੱਕ ਜਿਸ ਨੂੰ ਪ੍ਰਭੂ ਭੋਜ ਵਿੱਚ ਇਸਤੇਮਾਲ ਕਰਦਾ ਹੈ। ਪਰ ਮੈਂ ਦੁਬਾਰਾ ਫਿਰ ਇਹ ਚਾਹਾਂਗਾ ਕਿ ਆਪ ਉਸ ਬਾਰੇ ਵਿਸਥਾਰ ਨਾਲ ਸੋਚੋ, ਸਿਵਾਏ ਇਸਦੇ ਕਿ ਉਦੋਂ ਕੀ ਵਰਤਦਾ ਹੈ ਜਦੋਂ ਅਸੀਂ ਹਰੇਕ ਵਾਰ ਪ੍ਰਭੂ ਭੋਜ ਕੋਲ ਆਉਂਦੇ ਹਾਂ। ਭਾਗ ਉੜਾ, ਯਾਦਗਾਰੀ ਦੇ ਤੱਤ। ਪ੍ਰਭੂ ਭੋਜ ਦੀ ਠੀਕ ਵਿਆਖਿਆ ਇੱਕ ਠੀਕ ਉਸ ਦੀ ਵਿਆਖਿਆ ਸੀ ਆਪਣੇ ਵਿੱਚ ਰੱਖਦੀ ਹੈ ਜੋ ਕੁਝ ਉਹ ਵਰਤਦਾ ਹੈ ਜਦੋਂ ਅਸੀਂ ਪ੍ਰਭੂ ਦੀ ਬੰਦਗੀ ਕਰਦੇ ਹਾਂ। ਇਸ ਵਿੱਚ 3 ਤੱਤ ਜੁੜੇ ਹੋਏ ਹਨ। ਪਹਿਲਾ ਮੈਂ ਯਾਦਗਾਰੀ ਦਾ ਤੱਤ, ਯਾਦ ਕਰਨ ਦਾ ਤੱਤ। 24 ਅਤੇ 25 ਐਤਾਂ ਵਿੱਚ ਵਚਨ ਆਖਦਾ ਕਿ ਜਦੋਂ ਉਹ ਇਕੱਠੇ ਹੁੰਦੇ ਸਨ ਉਹ ਯਾਦ ਕਰਦੇ ਉਦੇਸ਼ ਨਾਲ ਹੁੰਦੇ ਸੀ ਉਸ ਨੂੰ ਜੋ ਕਿ ਪ੍ਰਭੂ ਨੇ ਉਹਨਾਂ ਦੇ ਲਈ ਕੀਤਾ ਸੀ। ਯਾਦਗਾਰੀ ਦਾ ਸ਼ਬਦ ਅਰਥ ਚੇਤਨਾਵਾਂ ਪੂਰਨ ਕਿਸੇ ਗੱਲ ਦੇ ਉੱਤੇ ਮਨ ਲਗਾਉਣਾ। ਇਸ ਕਲੀਸਿਆ ਦੇ ਮਨੁੱਖ ਅਤੇ ਔਰਤ ਮੈਂ ਆਪ ਨੂੰ ਪੁੱਛ ਲਵਾਂ ਕਿ ਜਦੋਂ ਤੁਸੀਂ ਪ੍ਰਭੂ ਪਰਮੇਸ਼ਰ ਦੀ ਬੰਦਗੀ ਦੀ ਇਸ ਸਭਾ ਵਿੱਚ ਆਉਂਦੇ ਹੋ ਕਿ ਆਪ ਆਪਣੇ ਮਨ ਵਿੱਚ ਚੇਤਨਾਵਾਂ ਪੂਰਨ ਇਸ ਗੱਲ ਨੂੰ ਜਾਣਦੇ ਹੋ ਕਿ ਆਪਣੇ ਸਲੀਬ ਦਿੱਤੇ ਜਾਣੇ ਅਤੇ ਆਪਣੇ ਜਾਨ ਦੇਣ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਲਈ ਕੀ ਕਿਹਾ ਸੀ। ਅਸੀਂ ਇਸ ਆਪਣੀ ਬੰਦਗੀ ਦੀਆਂ ਸਵਾਵਾਂ ਵਿੱਚ ਇਸ ਮਰਨ ਜਗਤ ਦੇ ਵਿੱਚੋਂ ਆਉਂਦੇ ਹਾਂ ਜੋ ਕਿ ਲਗਾਤਾਰ ਸਾਡੇ ਆਲੇ ਦੁਆਲੇ ਹਰ ਪ੍ਰਕਾਰ ਦੇ ਪ੍ਰਚਾਰ ਦੇ ਦੁਆਰਾ ਇਹ ਦਰਸਾਉਂਦਾ ਹੈ ਉਹਨਾਂ ਸਾਡੀਆਂ ਜ਼ਿੰਦਗੀਆਂ ਨੂੰ ਜੋ ਅਸੀਂ ਜਿਉਂਦੇ ਹਾਂ। ਅਤੇ ਮੈਂ ਆਪ ਨੂੰ ਇਹ ਆਖਣ ਦੀ ਖੁਆਇਸ਼ ਰੱਖਦਾ ਕਿ ਅਸੀਂ ਉਦੋਂ ਤੱਕ ਸੱਚੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਾਂਗੇ ਜਦੋਂ ਤੱਕ
ਇਸ ਜਗ੍ਹਾ ਤੇ ਅਸੀਂ ਨਹੀਂ ਆਉਂਦੇ ਜਿੱਥੇ ਕਿ ਆਪਣੇ ਮਨ ਵਿੱਚ ਚੇਤਨਾਵਾਂ ਪੂਰਨ ਇਸ ਗੱਲ ਨੂੰ ਯਾਦ ਨਾ ਰੱਖੀਏ ਕਿ ਅਸੀਂ ਕਿਉਂ ਇਕੱਠੇ ਹੋਏ ਅਤੇ ਯਿਸੂ ਮਸੀਹ ਨੇ ਸਾਡੇ ਲਈ ਕੀ ਕੀਤਾ ਸੀ। ਇਹੋ ਹੀ ਸਾਡੀ ਇਸ ਲਈ ਸੇਵਾ ਹੈ। ਜੇਕਰ ਅਸੀਂ ਚੇਤਨਾਵਾਂ ਪੂਰਨ ਕਰਦੇ ਹਾਂ ਤੇ ਇਹ ਯਾਦ ਨਹੀਂ ਕਰਦੇ ਆਪਣੇ ਅਨੁਭਵਾਂ ਵਿੱਚ ਅਤੇ ਆਪਣੇ ਮਨਾਂ ਦੇ ਵਿੱਚ, ਤਦ ਅਸੀਂ ਕਦੇ ਵੀ ਬੰਦਗੀ ਕਰਨ ਵਾਲੇ ਨਹੀਂ ਹੋਵਾਂਗੇ। ਅਸੀਂ ਤਾਂ ਪਾਪਤਾਵਾਂ ਦੇ ਵਿੱਚ ਗੁਜ਼ਰਿਆਂ ਹੀ ਇੱਥੇ ਬੈਠੇ ਹੋਵਾਂਗੇ ਕਿ ਆਪ ਪਿਛਲੇ ਕੁਝ ਸਮੇਂ ਵਿੱਚ ਉਸ ਦੇ ਦੁਆਰਾ ਕਾਇਮ ਕੀਤੇ ਗਏ ਸਾਡੇ ਭਜਨਾਂ ਦੇ ਸ਼ਬਦਾਂ ਨੂੰ ਗਾਉਣਾ ਅਤੇ ਇਸ ਦੇ ਬਾਰੇ ਸੁਚੇਤ ਹੋਣਾ। ਜੋ ਕੁਝ ਅਸੀਂ ਗਾਉਂਦੇ ਹਾਂ ਕਿੰਨਾ ਆਸਾਨ ਹੁੰਦਾ ਹੈ। ਅਸੀਂ ਉਹਨਾਂ ਭਜਨਾਂ ਨੂੰ ਅਕਸਰ ਗਾਉਂਦੇ ਹਾਂ, ਉਹਨਾਂ ਵਿੱਚੋਂ ਬਹੁਤ ਸਾਰੇ ਸਾਡੇ ਜਾਣੇ ਪਛਾਣੇ ਹਨ। ਉਹ ਉਹਨਾਂ ਸ਼ਬਦਾਂ ਨਾਲ ਭਰਪੂਰ ਹਨ ਜੋ ਯਿਸੂ ਵੱਲ ਸਾਨੂੰ ਲਿਜਾਉਂਦੇ ਹਨ। ਪਰ ਜਦੋਂ ਤੱਕ ਉਸ ਨੂੰ ਅਸੀਂ ਚੇਤਨਪੂਰਨਮ ਆਪਣੇ ਮਨਾਂ ਦੇ ਵਿੱਚ ਯਾਦ ਨਹੀਂ ਕਰਦੇ ਜੋ ਕੁਝ ਯਿਸੂ ਮਸੀਹ ਸਾਡੇ ਲਈ ਕਰ ਚੁੱਕਾ ਹੈ, ਤਦ ਉਹ ਸਾਡੇ ਲਈ ਅਰਥਹੀਣ ਹੋਵੇਗਾ ਅਤੇ ਅਸੀਂ ਉਸ ਨੂੰ ਨਹੀਂ ਸਮਝਾਂਗੇ ਜੋ ਕੁਝ ਉਸ ਸੇਵਾ ਦੇ ਵਿੱਚ ਹੋ ਰਿਹਾ ਹੈ। ਮੇਰੇ ਲਈ ਬੜੀ ਰੋਚਕ ਗੱਲ ਹੈ ਕਿ ਯਾਦਗਾਰੀ ਅਤੇ ਪ੍ਰਭੂ ਭੋਜ ਦੀ ਸਭਾ, ਜਿਸ ਤਰ੍ਹਾਂ ਕਿ ਅਸੀਂ ਇਸ ਨੂੰ ਜਾਣਦੇ ਹਾਂ, ਉਹ ਸਾਡੇ ਪ੍ਰਭੂ ਦੇ ਦੁਆਰਾ ਇੱਕ ਰਾਤ ਨੂੰ ਸਥਾਪਿਤ ਕੀਤੀ ਗਈ ਸੀ ਜੋ ਕਿ ਸਾਰੇ ਸਮੇਂ ਦੀ ਸਭ ਤੋਂ ਮਹਾਨ ਬੇਫਾਈ ਯਹੂਦਾ ਇਸਕਰਿਓਤੀ ਦੇ ਚੁੰਮੇ ਦੇ ਦੁਆਰਾ ਉਸ ਦੇ ਦੁਆਰਾ ਯਿਸੂ ਮਸੀਹ ਨੂੰ ਪਕੜਾਏ ਜਾਣ ਦੇ ਰਾਹੀਂ ਜ਼ਾਹਿਰ ਕੀਤੀ ਗਈ ਸੀ। ਅਤੇ ਠੀਕ ਇਸੇ ਵਿਅਕਤੀ ਦੇ ਵਿਚਕਾਰ ਯਿਸੂ ਮਸੀਹ ਜੀ ਨੇ ਇਸ ਪ੍ਰਭੂ ਭੋਜ ਦੀ ਸਭਾ ਨੂੰ ਸਥਾਪਿਤ ਤੇ ਆਰੰਭ ਕੀਤਾ ਸੀ ਜੋ ਕਿ ਸਮੇਂ ਦੇ ਸਭ ਤੋਂ ਮਹਾਨ ਬੇਫਾਈ ਦੀ ਗਵਾਹੀ ਇਸ ਦੇ ਵਿੱਚ ਜੋ ਕੁਝ ਪ੍ਰਭੂ ਯਿਸੂ ਮਸੀਹ ਸਾਡੇ ਲਈ ਕਰ ਚੁੱਕਾ ਹੈ। ਅਸੀਂ ਰੋਟੀ ਲੈਂਦੇ ਹਾਂ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਅਤੇ ਆਖਦੇ ਹਾਂ ਕਿ ਇਹ ਸਾਡੇ ਪ੍ਰਭੂ ਦੀ ਤੋੜੀ ਹੋਈ ਦੇਹ ਦੀ ਤਸਵੀਰ ਹੈ। ਕੋਈ ਆਖਦਾ ਹੈ ਕਿ ਦਾਊਦ ਨੇ ਜ਼ਬੂਰ 34 ਉਸ ਦੀਆਂ 20 ਆਇਤ ਵਿੱਚ ਇਸ ਤਰ੍ਹਾਂ ਨਹੀਂ ਆਖਿਆ ਸੀ ਕਿ ਸਾਡੇ ਪ੍ਰਭੂ ਦੀ ਕੋਈ ਵੀ ਹੱਡੀ ਨਹੀਂ ਤੋੜੀ ਜਾਵੇਗੀ ਅਤੇ ਕੀ ਇਸ ਦੀ ਗਵਾਹੀ ਦਾ ਸਬੂਤ ਸਾਡੇ ਲਈ ਨਵੇਂ ਨੇਮ ਵਿੱਚ ਨਹੀਂ ਦਿੱਤਾ ਗਿਆ। ਇਸ ਭਵਿੱਖਬਾਣੀ ਦੀ ਪੂਰਤੀ ਵਜੋਂ ਉਸ ਦੀਆਂ ਹੱਡੀਆਂ ਵਿੱਚੋਂ ਕੋਈ ਵੀ ਨਹੀਂ ਤੋੜੀ ਗਈ। ਇਹ ਸਭ ਤਾਂ ਸੱਚ ਹੈ, ਪਰ ਉਸ ਦੀ ਦੇਹ ਤੋੜੀ ਗਈ ਸੀ। ਉਹਨਾਂ ਜ਼ਾਲਮ ਕੋੜਿਆਂ ਦੇ ਦੁਆਰਾ ਉਸ ਦੀ ਦੇਹ ਨੂੰ ਤੋੜਿਆ ਸੀ। ਉਹਨਾਂ ਨੇ ਉਸ ਨੂੰ ਤੋੜਿਆ ਸੀ ਜਦੋਂ ਉਹਨਾਂ ਨੇ ਉਸ ਦੇ ਮਾਸ ਵਿੱਚ ਜ਼ਹਿਰੀਲੀ ਕੰਡਿਆਂ ਨੂੰ ਚੁਬੋਇਆ ਸੀ ਅਤੇ ਉਹਨਾਂ ਨੇ ਉਸ ਦੀਆਂ ਗੱਲਾਂ ਨੂੰ ਤੋੜਿਆ ਸੀ ਜਦੋਂ ਉਹਨਾਂ ਨੇ ਉਸ ਦੇ ਚਿਹਰੇ ਉੱਤੇ ਉਸ ਦੀ ਦਾੜੀ ਦੇ ਵੱਲੋਂ ਨੋਚੇ ਸਨ। ਉਹਨਾਂ ਨੇ ਉਸ ਦੇ ਹੱਥ ਨੂੰ ਤੋੜਿਆ ਸੀ ਜਦੋਂ ਉਹਨਾਂ ਨੇ ਤਿੱਖੇ ਕਿੱਲਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਠੋਕਿਆ ਸੀ ਅਤੇ ਉਹਨਾਂ ਨੇ ਉਸ ਦੀ ਪਸਲੀ ਨੂੰ ਤੋੜਿਆ ਸੀ ਜਦੋਂ ਉਹਨਾਂ ਨੇ ਇਸ ਵਿੱਚ ਇੱਕ ਨੇਜੇ ਨੂੰ ਮਾਰਿਆ ਸੀ ਅਤੇ ਉੱਥੇ ਪਾਣੀ ਅਤੇ ਖੂਨ ਵਗ ਤੁਰਿਆ ਸੀ। ਇਹ ਆਖਣਾ ਤੇ ਸੱਚ ਹੈ ਕਿ ਉਸ ਦੀ ਦੇਹ ਸਾਡੇ ਲਈ ਤੋੜੀ ਗਈ ਸੀ। ਉਹਦੀਆਂ ਹੱਡੀਆਂ ਨਹੀਂ ਸੀ ਤੋੜੀਆਂ ਗਈਆਂ, ਪਰ ਸਾਡੇ ਵਿੱਚ ਉਸ ਦੀ ਦੇਹ ਤੋੜੀ ਗਈ ਸੀ ਅਤੇ ਇਹ ਚਿੰਨ੍ਹ ਜਿਸ ਨੂੰ ਅਸੀਂ ਆਪਣੇ ਹੱਥ ਵਿੱਚ ਲੈਂਦੇ ਹਾਂ, ਇਹ ਸਾਡੇ ਲਈ ਉਸ ਤੋੜੀ ਗਈ ਦੇਹ ਨੂੰ ਦਰਸਾਉਂਦਾ ਹੈ ਅਤੇ ਇਹ ਸਾਡੇ ਮਨਾਂ ਵਿੱਚ ਇਸ ਗੱਲ ਨੂੰ ਯਾਦ ਕਰਾਉਣ ਦੇ ਉਦੇਸ਼ ਨਾਲ ਦਿੱਤਾ ਗਿਆ ਹੈ ਕਿ ਯਿਸੂ ਨੇ ਸਲੀਬ ਉੱਤੋਂ ਇੱਕ ਅਸਲ ਮੌਤ ਦੇ ਵਿਚਕਾਰ ਕੀ ਕੀਤਾ ਸੀ, ਕਿਉਂਕਿ ਇਹ ਸਾਡੀ ਬੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਭਾਗ ਹੈ ਜੋ ਕਿ ਇਹ ਯਾਦ ਕਰਨ ਦੇ ਲਈ ਯੋਗਤਾ ਹੈ। ਇਸ ਨੂੰ ਯਾਦ ਕਰਨ ਦੇ ਲਈ ਕਿ ਯਿਸੂ ਕੌਣ ਹੈ ਅਤੇ ਸੱਚਮੁੱਚ ਇਸ ਨੂੰ ਯਾਦ ਕਰਨ ਲਈ ਸਾਡੇ ਮਨਾਂ ਦੇ ਵਿੱਚ ਚੇਤਨਾਵਾਂ ਪੂਰਨ ਇਸ ਨੂੰ ਯਾਦ ਕਰਨ ਲਈ ਜੋ ਕਿ ਯਿਸੂ ਦੀ ਹਜ਼ੂਰੀ ਸਾਡੇ ਵਿਚਕਾਰ ਹੁੰਦੀ ਹੈ। ਉਹ ਸਾਡੀ ਕਲੀਸਿਆ ਵਿੱਚ ਅੱਜ ਸਰੀਰਕ ਤੌਰ ਤੇ ਚੱਲਣ ਫਿਰਨ ਨਹੀਂ ਜਾ ਰਿਹਾ। ਇਹ ਚਰਚ ਦੀਆਂ ਕੁਰਸੀਆਂ ਦੇ ਵਿਚਕਾਰ ਰਾਹ ਚੱਲਦਿਆਂ ਆਪਣੇ ਆਪ ਨੂੰ ਪ੍ਰਗਟ ਕਰਨ ਨਹੀਂ ਜਾ ਰਿਹਾ। ਉਹ ਤਾਂ ਸਾਡੇ ਦਿਲਾਂ ਦੇ ਵਿੱਚ ਅਤੇ ਸਾਡੇ ਦਿਮਾਗਾਂ ਦੇ ਵਿੱਚ ਚੱਲੇਗਾ। ਜਦੋਂ ਅਸੀਂ ਆਪਣੇ ਮਨੋਂ ਉਸ ਬਾਰੇ ਸੋਚਦੇ ਹਾਂ ਅਤੇ ਉਸ ਉੱਤੇ ਨਿਰਭਰ ਕਰਨ ਦੇ ਲਈ ਆਉਂਦੇ ਹਾਂ, ਉਹੀ ਸਾਡੀ ਬੰਦਗੀ ਦਾ ਇੱਕ ਭਾਗ ਹੈ। ਪਿਆਲਾ ਸਾਡੇ ਲਈ ਉਸ ਦੇ ਬਹਾਏ ਹੋਏ ਲਹੂ ਨੂੰ ਯਾਦ ਕਰਾਉਂਦਾ ਹੈ। ਜੋ ਕੁਝ ਮੈਂ ਆਪ ਨੂੰ ਆਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਇਹ ਹੈ ਕਿ ਬੰਦਗੀ ਜੋ ਹੈ ਯਿਸੂ ਮਸੀਹ ਦੇ ਨਾਲ ਜੁੜੀ ਹੋਈ ਹੈ। ਬੰਦਗੀ ਉਸ ਦੇ ਨਾਲ ਜੁੜਨਾ ਹੈ ਜੋ ਕੁਝ ਉਹ ਹੈ ਅਤੇ ਜੋ ਕੁਝ ਉਸ ਨੇ ਸਾਡੇ ਲਈ ਕਰ ਦਿੱਤਾ ਹੈ। ਮੈਂ ਸਭ ਤੇ ਪੜ੍ਹਿਆ ਸੀ ਕਿ ਇੱਕ ਜੋੜੇ ਦੇ ਬਾਰੇ ਜਿਨ੍ਹਾਂ ਦੀ ਛੋਟੀ ਲੜਕੀ 7 ਸਾਲ ਦੀ ਉਮਰ ਵਿੱਚ ਬੜੀ ਭਿਆਨਕ ਮੌਤ ਹੋਈ ਸੀ। ਇਹ ਅਕਸਰ ਆਮ ਕਰਕੇ ਸਮਝਿਆ ਜਾਂਦਾ ਕਿ ਜਦੋਂ ਇੱਕ ਬੱਚੇ ਦੀ ਮੌਤ ਹੁੰਦੀ ਹੈ ਤਦ ਇਹ ਅਕਸਰ ਪਤੀ ਅਤੇ ਪਤਨੀ ਦੇ ਵਿਚਕਾਰ ਵੰਡ ਪਾਉਣ ਦਾ ਵਸੀਲਾ ਬਣ ਜਾਂਦਾ ਹੈ। ਮਨੋਵਿਗਿਆਨੀ ਨੇ ਇਸ ਬਾਰੇ ਖੋਜ ਕੀਤੀ ਕਿ ਕਿੰਨੇ ਤਲਾਕ ਇੱਕ ਬੱਚੇ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਸਨ, ਕਿਉਂਕਿ ਉਹ ਸਾਰਾ ਦੋਸ਼ ਅਤੇ ਸਾਰੀ ਕਠਿਨਾਈ ਅਤੇ ਉਹ ਸਾਰਾ ਇੱਕ ਦੂਸਰੇ ਦੇ ਉੱਤੇ ਹੀ ਇਤਰਾਜ਼ ਸਾਹਮਣੇ ਆਉਂਦਾ ਹੈ। ਅਤੇ ਜੇਕਰ ਕੋਈ ਘਰ ਮਸੀਹ ਤੋਂ ਬਗੈਰ ਹੋਵੇ, ਉਸ ਤਰ੍ਹਾਂ ਦੀ ਦੁਰਘਟਨਾ ਸਭ ਤੋਂ ਵੱਧ ਵੰਡਣ ਵਾਲੀ ਚੀਜ਼ ਹੋ ਸਕਦੀ ਹੈ। ਜੋ ਕੁਝ ਇਸ ਖੋਜ ਦੇ ਵਿੱਚ ਇਸ ਦੇ ਵਰਪਣ ਬਾਰੇ ਦੱਸਿਆ ਗਿਆ ਹੈ। ਇਸ ਖਾਸ ਸਥਿਤੀ ਦੇ ਵਿੱਚ ਇਹੋ ਹੀ ਵਾਪਰਿਆ ਸੀ। ਉਹ ਬੱਚਾ ਮਰ ਗਿਆ ਅਤੇ ਪਤੀ ਨੇ ਪਤਨੀ ਨੂੰ ਇੱਕ ਦੂਸਰੇ ਦੇ ਨਾਲ ਕਰਨਾ ਆਰੰਭ ਕੀਤਾ। ਉਹ ਆਪਸ ਵਿੱਚ ਝਗੜਨ ਲੱਗੇ ਅਤੇ ਹੌਲੀ ਹੌਲੀ ਉਹ ਇੱਕ ਦੂਸਰੇ ਤੋਂ ਦੂਰ ਹੋ ਗਏ। ਆਖਰਕਾਰ ਆਪਣੇ ਤਲਾਕ ਦੇ ਪੇਪਰ ਭਰੇ। ਇੱਕ ਦਿਨ ਉਹਨਾਂ ਦੇ ਤਲਾਕ ਦੀ
ਪ੍ਰਕਿਰਿਆ ਦੇ ਅੰਤ ਦੇ ਲਾਗੇ ਉਹ ਆਪਣੇ ਘਰ ਦੇ ਵਿੱਚ ਆਪਣੀ ਜਾਇਦਾਦ ਵੰਡਣ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਕੱਠੇ ਹੋਏ ਅਤੇ ਉਹ ਆਪਸ ਵਿੱਚ ਇਸ ਬਾਰੇ ਸਹਿਮਤ ਹੋਣ ਦੇ ਬਾਰੇ ਗੱਲਬਾਤ ਕਰ ਰਹੇ ਸਨ। ਜੋ ਕੁਝ ਉਹਨਾਂ ਨੇ ਦਸਤਕ ਕੀਤੇ ਸਨ ਇਸ ਕਹਾਣੀ ਦੇ ਮੁਤਾਬਕ, ਜਦੋਂ ਉਹ ਆਪਣੇ ਘਰ ਵਿੱਚ ਬੈਠੇ ਸਨ ਜਿੱਥੇ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਪ੍ਰੇਮ ਨੂੰ ਜਾਣਿਆ ਸੀ, ਅਤੇ ਪਤੀ ਉਸ ਕਮਰੇ ਦੇ ਫਰਸ਼ ਤੱਕ ਰਿਹਾ ਸੀ ਅਤੇ ਉਸਨੇ ਬਿਨਾਂ ਸੋਚੇ ਸਮਝਿਆ ਇੱਕ ਲਾਲ ਰੰਗ ਦੇ ਜੁੱਤੇ ਨੂੰ ਉਠਾਇਆ ਜੋ ਕਿ ਉਸ ਬੱਚੇ ਦੇ ਦੁਆਰਾ ਪਹਿਨਿਆ ਜਾਂਦਾ ਸੀ ਜਿਸ ਦੀ ਮੌਤ ਹੋ ਚੁੱਕੀ ਸੀ। ਉਹ ਤਾਂ ਬਸ ਬਿਨਾਂ ਸੋਚੇ ਸਮਝੇ ਇਸ ਨਾਲ ਖੇਡ ਰਿਹਾ ਸੀ, ਤੇ ਫਿਰ ਅਚਾਨਕ ਹੀ ਜਦੋਂ ਉਹ ਬਿਨਾਂ ਸੋਚੇ ਸਮਝੇ ਇਸ ਨਾਲ ਖੇਡ ਰਿਹਾ ਸੀ, ਉਸਨੇ ਧਿਆਨਪੂਰਵਕ ਇਸ ਵੱਲ ਤੱਕਣ ਦਾ ਆਰੰਭ ਕੀਤਾ ਅਤੇ ਉਸਨੇ ਗੌਰ ਕੀਤਾ ਕਿ ਉਸ ਦੀ ਤਲਾਕਸ਼ੁਦਾ ਪਤਨੀ ਦੀ ਨਜ਼ਰ ਉਸ ਜੁੱਤੇ ਦੇ ਉੱਤੇ ਟਿੱਕੀ ਹੋਈ ਸੀ। ਫਿਰ ਅਚਾਨਕ ਹੀ ਸਭ ਚੁੱਪਚਾਪ ਹੋ ਗਿਆ। ਉਹਨਾਂ ਦੇ ਵਿੱਚ ਹੁਣ ਕੋਈ ਵੀ ਗੱਲਬਾਤ ਨਹੀਂ ਸੀ ਹੋਈ। ਇਹ ਸਭ ਦੇ ਬਾਰੇ ਕੀ ਕੌਣ ਕਿਹੜੀ ਜਾਇਦਾਦ ਲੱਭੇਗਾ, ਉਹ ਤਾਂ ਬਸ ਉਸ ਜੁੱਤੇ ਦੇ ਵੱਲ ਤੱਕ ਰਹੇ ਸਨ ਅਤੇ ਉਹਨਾਂ ਨੇ ਰੋਣਾ ਆਰੰਭ ਕੀਤਾ ਕਿਉਂਕਿ ਉਸ ਜੁੱਤੀ ਨੇ ਉਹਨਾਂ ਦੇ ਲਈ ਉਸ ਆਨੰਦ ਨੂੰ ਯਾਦ ਕਰਾਇਆ ਸੀ ਅਤੇ ਉਸ ਕਾਫੀ ਅੱਛੇ ਸਮੇਂ ਨੂੰ, ਉਸ ਜੋਸ਼ ਨੂੰ ਜੋ ਉਸ ਬੱਚੇ ਦੀ ਮੌਤ ਤੋਂ ਪਹਿਲਾਂ ਲੜਕੀ ਦੇ ਨਾਲ ਉਹਨਾਂ ਨੇ ਅਨੁਭਵ ਕੀਤਾ ਸੀ। ਅਤੇ ਉਹਨਾਂ ਨੇ ਜਾਣ ਲਿਆ ਸੀ ਕਿ ਜੋ ਕੁਝ ਉਹਨਾਂ ਨੇ ਆਪਸ ਵਿੱਚ ਜਾਣਿਆ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਜੋਸ਼ਪੂਰਨ ਸੀ ਅਤੇ ਉਸ ਲਈ ਜੱਦੋ ਜਹਿਦ ਕਰਨ ਦੀ ਉਹਨਾਂ ਵਿੱਚ ਬਹੁਤ ਵੱਡੀ ਖੁਆਇਸ਼ ਪੈਦਾ ਕੀਤੀ ਸੀ। ਉਹਨਾਂ ਨੇ ਆਪਣਾ ਧਿਆਨ ਉਸ ਪਿਆਰ ਦੀ ਯਾਦਗਾਰ ਵੱਲ ਲਗਾਇਆ ਜੋ ਕੁਝ ਉਹ ਉਸ ਛੋਟੀ ਲੜਕੀ ਦੇ ਪ੍ਰਤੀ ਰੱਖਦੇ ਸਨ, ਅਤੇ ਉਹਨਾਂ ਨੇ ਉਸ ਜੁੱਤੀ ਨੂੰ ਹੇਠਾਂ ਰੱਖਿਆ ਤੇ ਉਹਨਾਂ ਨੇ ਆਪਣੀਆਂ ਅਹਿਮ ਹਿੰਮਤਾਂ ਨੂੰ ਲਿਖਣਾ ਆਰੰਭ ਕੀਤਾ ਤੇ ਬਾਅਦ ਵਿੱਚ ਉਹਨਾਂ ਦਾ ਮੇਲ ਇੱਕ ਦੂਸਰੇ ਦੇ ਨਾਲ ਹੋ ਗਿਆ ਤੇ ਉਹ ਇਕੱਠੇ ਰਹਿਣ ਲੱਗ ਪਏ। ਮੈਂ ਸੋਚਦਾ ਕਿ ਇਹੋ ਹੀ ਉਸ ਦੀ ਸ਼ਕਤੀ ਹੈ ਜੋ ਕੁਝ ਉਦੋਂ ਵਰਪਦਾ ਹੈ ਜਦੋਂ ਅਸੀਂ ਪ੍ਰਭੂ ਦੀ ਮੇਜ਼ ਕੋਲ ਇਕੱਠੇ ਹੁੰਦੇ ਹਾਂ। ਸਾਡੇ ਲਈ ਉਸ ਤੋਂ ਦੂਰ ਜਾਣਾ ਆਸਾਨ ਹੈ ਅਤੇ ਉਹ ਦੋਸ਼ ਜੋ ਅਸੀਂ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਸੰਗਤ ਤੋਂ ਦੂਰ ਹੋ ਕੇ ਉਸ ਰੋਕ ਨੂੰ ਆਪਣੇ ਵਿੱਚ ਮਹਿਸੂਸ ਕਰਦੇ ਹਾਂ ਜਦੋਂ ਉਸ ਦੇ ਨਾਲ ਇਕੱਠੇ ਹੋਣ ਦੇ ਲਈ ਵਾਪਸ ਆਉਣ ਦੇ ਵਿੱਚ ਪੈਦਾ ਹੁੰਦੇ ਹਾਂ। ਅਤੇ ਮਸੀਹ ਦੀ ਨਿੱਜੀ ਸੇਵਾ ਦੇ ਬਾਰੇ, ਕਿਉਂਕਿ ਇਹ ਸਭ ਸਾਨੂੰ ਚੇਤਨਾਵਾਂ ਪੂਰਨ ਉਸ ਦੀ ਸਮਝ ਪ੍ਰਦਾਨ ਕਰਦਾ ਹੈ ਕਿ ਉਸ ਦੀ ਬੰਦਗੀ ਕਰਨ ਦਾ ਅਰਥ ਕੀ ਹੁੰਦਾ ਹੈ। ਭਾਗ ਐੜਾ ਪ੍ਰਚਾਰ ਦਾ ਅਰਥ। ਹੁਣ ਦੂਸਰੀ ਗੱਲ, ਬੰਦਗੀ ਦੀ ਸਭਾ ਵਿੱਚ ਉੱਥੇ ਸਿਰਫ ਯਾਦਗਾਰੀ ਹੀ ਨਹੀਂ ਸੀ, ਉਸਦੇ ਵਿੱਚ ਪ੍ਰਚਾਰ ਵੀ ਸੀ। ਪਹਿਲਾ ਕਰੰਥੀਆਂ ਦੀ ਪੱਤਰੀ 11 ਅਧਿਆਏ ਉਸ ਦੀ 26 ਐਤ ਵਿੱਚ ਲਿਖਿਆ ਹੈ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦ ਤੱਕ ਉਹ ਨਾ ਆਵੇ। ਇੱਥੇ ਪ੍ਰਚਾਰ ਦੇ ਲਈ ਜੋ ਸ਼ਬਦ ਅੰਗਰੇਜ਼ੀ ਵਿੱਚ ਸ਼ੋ ਇਸਤੇਮਾਲ ਕੀਤਾ ਗਿਆ ਹੈ ਉਸ ਦਾ ਅਰਥ ਹੁੰਦਾ ਹੈ ਦੁਬਾਰਾ ਫਿਰ ਦੱਸਣਾ ਜਾਂ ਫਿਰ ਬਾਹਰੀ ਤੌਰ ਤੇ ਉਸ ਨੂੰ ਜ਼ਾਹਿਰ ਕਰਨਾ। ਜਦੋਂ ਪ੍ਰਚਾਰ ਕੀਤਾ ਜਾਂਦਾ ਹੈ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਕਿ ਮਸੀਹ ਕੀ ਕਰ ਚੁੱਕਾ ਹੈ। ਹਰੇਕ ਵਾਰ ਜਦੋਂ ਵੀ ਅਸੀਂ ਪ੍ਰਭੂ ਭੋਜ ਵਿੱਚ ਸ਼ਾਮਲ ਹੁੰਦੇ ਹਾਂ, ਹਰੇਕ ਵਾਰ ਜਦੋਂ ਵੀ ਅਸੀਂ ਬੰਦਗੀ ਦੇ ਲਈ ਇਕੱਠੇ ਹੁੰਦੇ ਹਾਂ, ਹਰੇਕ ਵਾਰ ਅਸੀਂ ਪ੍ਰਭੂ ਦੀ ਮੇਜ਼ ਦਾ ਅਨੁਭਵ ਕਰਦੇ ਹਾਂ ਅਤੇ ਅਸੀਂ ਰੋਟੀ ਤੇ ਪਿਆਲੇ ਦੇ ਦੁਆਰਾ ਯਾਦ ਕਰਨ ਵਾਲੇ ਵੱਲ ਤੱਕਦੇ ਹਾਂ, ਤਦ ਅਸੀਂ ਅਸਲ ਵਿੱਚ ਇੱਕ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ। ਪ੍ਰਭੂ ਦੀ ਮੇਜ਼ ਸਭ ਤੋਂ ਵੱਧ ਪ੍ਰਭਾਵਪੂਰਨ ਸੰਦੇਸ਼ ਹੋ ਸਕਦਾ ਹੈ ਜਿਸ ਦਾ ਕਦੇ ਵੀ ਪ੍ਰਚਾਰ ਕੀਤਾ ਜਾ ਸਕੇ। ਕਿਸੇ ਨੇ ਆਖਿਆ ਹੈ ਕਿ ਇਹ ਤਾਂ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਹੈ, ਇਹ ਤਾਂ ਉਹ ਨਾਲੋਂ ਵੀ ਵੱਧ ਛੂਹਣ ਵਾਲਾ ਹੈ ਅਤੇ ਇਸ ਵਿੱਚ ਨਾਲੋਂ ਵੀ ਜ਼ਿਆਦਾ ਤੀਬਰ ਇੱਛਾ ਪਾਈ ਜਾਂਦੀ ਹੈ। ਜਦੋਂ ਅਸੀਂ ਪ੍ਰਭੂ ਦੀ ਮੇਜ਼ ਦੇ ਕੋਲ ਇਕੱਠੇ ਹੁੰਦੇ ਹਾਂ, ਇਹ ਇੱਕ ਮਹਾਨ ਸੰਦੇਸ਼ ਹੁੰਦਾ ਹੈ ਜੋ ਕੁਝ ਅਸੀਂ ਸਭਾ ਦੇ ਅੱਗੇ ਪ੍ਰਚਾਰ ਕਰਦੇ ਹਾਂ। ਹਰੇਕ ਵਾਰ ਜਦੋਂ ਵੀ ਅਸੀਂ ਪ੍ਰਭੂ ਦੀ ਮੇਜ਼ ਦੇ ਕੋਲ ਇਕੱਠੇ ਹੁੰਦੇ ਹਾਂ ਤਦ ਅਸੀਂ ਉਸ ਜ਼ਰੂਰੀ ਸਿੱਖਿਆ ਦਾ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਇਸ ਜਗਤ ਦਾ ਮੁਕਤੀਦਾਤਾ ਹੈ। ਅਸੀਂ ਮਸੀਹ ਹੁੰਦੇ ਹੋਇਆਂ ਇਹ ਆਖਦੇ ਹਾਂ ਜਦੋਂ ਅਸੀਂ ਪ੍ਰਭੂ ਦੀ ਭੋਜ ਵਿੱਚ ਸ਼ਾਮਲ ਹੋ ਰਹੇ ਹੈਗੇ ਜਿਸ ਤਰ੍ਹਾਂ ਕਿ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਤਦ ਅਸੀਂ ਇਹ ਆਖਦੇ ਹਾਂ ਕਿ ਅਸੀਂ ਉਸ ਮਸੀਹ ਦੇ ਪ੍ਰਤੀ ਸਮਰਪਿਤ ਹਾਂ। ਇਹ ਤਾਂ ਯਿਸੂ ਮਸੀਹ ਦੇ ਲਈ ਲੋਕਾਂ ਨੂੰ ਜਿੱਤਣ ਦੇ ਲਈ ਇੱਕ ਸ਼ਕਤੀਸ਼ਾਲੀ ਸ਼ਕਤੀ ਹੈ। ਸਾਡੀ ਬੰਦਗੀ ਦੇ ਵਿੱਚ ਮਨੁੱਖਾਂ ਅਤੇ ਔਰਤਾਂ ਕੁਝ ਗਲਤ ਹੈ ਜੇਕਰ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਆਉਂਦੇ ਹਾਂ ਅਤੇ ਅਸੀਂ ਮਸੀਹ ਦੀ ਮੌਤ ਨੂੰ ਜੋ ਸਲੀਬ ਉੱਤੇ ਹੋਈ ਸੀ ਤੱਕਦੇ ਹਾਂ ਤੇ ਸਾਡੇ ਵਿੱਚੋਂ ਕੋਈ ਇੱਛਾ ਹੀ ਨਹੀਂ ਹੁੰਦੀ ਕਿਸੇ ਨੂੰ ਵੀ ਇਸ ਦੇ ਬਾਰੇ ਦੱਸਣ ਦੀ ਜੋ ਕਿਸੇ ਹੋਰ ਨੂੰ ਦੱਸੀ ਜਾ ਸਕੇ। ਹਰੇਕ ਵਾਰ ਜਦੋਂ ਵੀ ਅਸੀਂ ਪ੍ਰਭੂ ਦੀ ਮੇਜ਼ ਦੇ ਕੋਲ ਆਉਂਦੇ ਹਾਂ ਤਦ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਹੱਥ ਵਿੱਚ ਲੈਂਦੇ ਹਾਂ, ਤਦ ਸਾਡੇ ਅੰਦਰ ਇੱਕ ਪ੍ਰੇਰਨਾ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਅਗਲੀ ਵਾਰ ਉੱਥੇ ਇਕੱਠੇ ਹੋਵਾਂਗੇ ਤਦ ਕੁਝ ਹੋਰ ਲੋਕ ਉੱਥੇ ਮੌਜੂਦ ਹੋਣਗੇ ਜੋ ਸਾਡੇ ਇਸ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਈੜੀ ਭਾਗ ਆਸ ਦਾ ਤੱਤ। ਅਤੇ ਫਿਰ ਬੰਦਗੀ ਦਾ ਤੀਸਰਾ ਤੱਤ ਇਸ ਪ੍ਰਚਾਰ ਦੀ ਯਾਦਗਾਰੀ ਜਾਂ ਯਾਦ ਕਰਨ ਦੇ ਨਾਲ ਨਾਲ ਉਹ ਆਸ ਵੱਲ ਤੱਤ ਹੈ। ਅਤੇ ਜਦੋਂ ਵੀ ਤੁਸੀਂ ਇਹ ਕਰੋ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਜਦੋਂ ਤੱਕ ਉਹ ਨਾ ਆਵੇ। ਆਪ ਗੌਰ ਕਰੋ, ਜਦੋਂ ਵੀ ਅਸੀਂ ਬੰਦਗੀ ਦੇ ਲਈ ਇਕੱਠੇ ਹੁੰਦੇ ਹਾਂ
ਤਾਂ ਸਾਡੇ ਦਿਲਾਂ ਦੇ ਵਿੱਚ ਵਰਪਣ ਵਾਲੀਆਂ ਦੋ ਗੱਲਾਂ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਅਸੀਂ ਉਸ ਵੱਲ ਪਿੱਛੇ ਤੱਕਦੇ ਹਾਂ ਜੋ ਮਸੀਹ ਸਾਡੇ ਲਈ ਕਰ ਚੁੱਕਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਮਨਾਂ ਦੇ ਵਿੱਚ ਉਸ ਨੂੰ ਚੇਤਨਾਤਮਾ ਪੂਰਵ ਯਾਦ ਕਰਦੇ ਹਾਂ ਜੋ ਕੁਝ ਯਿਸੂ ਨੇ ਸਾਡੇ ਲਈ ਕੀਤਾ ਸੀ, ਅਤੇ ਅਸੀਂ ਬੰਦਗੀ ਦੇ ਉਸ ਤੱਤ ਵਿੱਚ ਸ਼ਾਮਲ ਹੁੰਦੇ ਹਾਂ। ਪਰ ਬਾਈਬਲ ਬਾਣੀ ਇਹ ਵੀ ਆਖਦੀ ਹੈ ਕਿ ਅਸੀਂ ਚੇਤਨਾ ਪੂਰਨ ਅੱਗੇ ਤੱਕਦੇ ਹਾਂ ਜਿਸ ਦਿਨ ਤੱਕ ਉਹ ਵਾਪਸ ਆਉਂਦਾ ਹੈ। ਇਸ ਵਿੱਚ ਇੱਕ ਅੱਗੇ ਤੱਕਣ ਅਤੇ ਬੰਦਗੀ ਦੇ ਵਿੱਚ ਇੱਕ ਪਿੱਛੇ ਤੱਕਣਾ ਵੀ ਹੈ। ਅੱਗੇ ਉਸ ਦਿਨ ਵੱਲ ਤੱਕਣਾ ਜਦੋਂ ਅਸੀਂ ਸੰਪੂਰਨ ਸੰਗਤੀ ਵਿੱਚ ਉਸ ਦੇ ਨਾਲ ਜੋੜੇ ਜਾਵਾਂਗੇ। ਉਹ ਦਿਨ ਵੱਲ ਪਿੱਛੇ ਤੱਕਦੇ ਹਾਂ ਜਦੋਂ ਉਸਨੇ ਆਪਣੇ ਖੁਦ ਦੇ ਲਹੂ ਦੀ ਕੀਮਤ ਦੇ ਰਾਹੀਂ ਸਾਡੇ ਛੁਟਕਾਰੇ ਨੂੰ ਮੋਲ ਲਿਆ ਸੀ। ਪ੍ਰਭੂ ਭੋਜ ਸਿਰਫ ਇੱਕ ਯਾਦਗਾਰੀ ਜਾਂ ਪ੍ਰਚਾਰ ਹੀ ਨਹੀਂ ਹੈ, ਇਹ ਤਾਂ ਇੱਕ ਆਸ ਦਾ ਸਮਾਂ ਹੈ। ਪਲੂਸ 26 ਐਤ ਵਿੱਚ ਜਿੱਥੇ ਉਹ ਲਿਖਦਾ ਹੈ ਕਿ ਮਸੀਹ ਆਸ ਨਾਲ ਜੁੜੇ ਹੋਏ ਯਿਸੂ ਦੇ ਵਚਨ ਹਨ। ਪਹਿਲਾ ਕਰੰਥੀਆਂ ਦੀ ਪੱਤਰੀ 11 ਅਧਿਆਇ ਦੀ 26 ਐਤ ਦੇ ਵਚਨ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। ਜਦੋਂ ਅਸੀਂ ਪ੍ਰਭੂ ਦੀ ਮੇਜ਼ ਜਾਂ ਆਪਣੀ ਬੰਦਗੀ ਵਿੱਚ ਪ੍ਰਭੂ ਦੀ ਮੇਜ਼ ਦੇ ਦੁਆਲੇ ਇਕੱਠੇ ਹੁੰਦੇ ਹਾਂ, ਅਸੀਂ ਇਸ ਗੱਲ ਦੀ ਗਵਾਹੀ ਦਿੰਦੇ ਹਾਂ ਕਿ ਇੱਕ ਦਿਨ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਬਦੀ ਕਾਲ ਦੇ ਲਈ ਉੱਪਰ ਉਠਾਏ ਜਾਵਾਂਗੇ। ਪ੍ਰਭੂ ਦੀ ਬੰਦਗੀ ਲਈ ਪ੍ਰਭੂ ਦੀ ਮੇਜ਼ ਦੇ ਕੋਲ ਆਉਣਾ ਬਹੁਤ ਹੀ ਅਦਭੁਤ ਹੈ। ਕਿ ਆਪ ਨੇ ਜਾਣਿਆ ਹੈ ਕਿ ਅਸੀਂ ਅਕਸਰ ਕਿੰਨੀ ਵਾਰ ਨਿਰਾਸ਼ ਹੁੰਦੇ ਹੋਇਆਂ ਆਉਂਦੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਗਤ ਸਾਡੇ ਉੱਤੇ ਭਾਰੀ ਹੋ ਰਿਹਾ ਹੈ। ਜਗਤ ਦੀਆਂ ਸਥਿਤੀਆਂ ਬਹੁਤ ਨਾਜ਼ੁਕ ਹਨ ਅਤੇ ਅਰਥ ਵਿਵਸਥਾ ਭੈੜੀ ਹੋ ਸਕਦੀ ਹੈ ਅਤੇ ਕਾਰੋਬਾਰ ਪਿੱਛੇ ਪੈਂਦਾ ਹੋ ਸਕਦਾ ਹੈ ਕਿ ਅਸੀਂ ਆਪਣੀ ਕਲੀਸਿਆ ਮੈਂਬਰਾਂ ਵਿੱਚ ਪਾਏ ਜਾਣ ਵਾਲੇ ਕੱਪੜ ਨੂੰ ਵੇਖ ਕੇ ਨਿਰਾਸ਼ ਹੁੰਦੇ ਹੋਈਏ। ਪਰ ਜਦੋਂ ਅਸੀਂ ਪ੍ਰਭੂ ਦੀ ਮੇਜ਼ ਕੋਲ ਆਉਂਦੇ ਹਾਂ ਅਤੇ ਰੋਟੀ ਅਤੇ ਪਿਆਲਾ ਲੈਂਦੇ ਹਾਂ, ਇਸ ਗੱਲ ਨੂੰ ਯਾਦ ਕਰਦੇ ਹਾਂ ਕਿ ਜਦੋਂ ਤੱਕ ਉਹ ਨਾ ਆਵੇ ਤਦ ਅਸੀਂ ਫਿਰ ਆਨੰਦਿਤ ਹੋ ਸਕਦੇ ਹਾਂ, ਕਿਉਂਕਿ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਿਸੂ ਮਸੀਹ ਦੁਆਰਾ ਫਿਰ ਆ ਰਿਹਾ ਹੈ। ਅਸੀਂ ਇਸ ਮੁਸੀਬਤਾਂ ਜਾਂ ਸਮੱਸਿਆ ਨਾਲ ਭਰੇ ਜਗਤ ਵਿੱਚ ਨਹੀਂ ਛੱਡੇ ਜਾਣ ਵਾਲੇ, ਉਹ ਦੁਬਾਰਾ ਵਾਪਸ ਆ ਰਿਹਾ ਹੈ। ਮੈਂ ਇਸ ਹਫ਼ਤੇ ਇੱਕ ਕਹਾਣੀ ਪੜ੍ਹੀ ਸੀ ਇੱਕ ਮਨੁੱਖ ਦੇ ਬਾਰੇ ਜੋ ਕਿ ਹੈਂਡਲ ਤੇ ਪੇਸ਼ਕਸ਼ ਲਈ ਸੀ। ਉਸਨੇ ਇੱਕ ਨਾਲ ਦੇ ਵਿਅਕਤੀ ਨੂੰ ਪੁੱਛਿਆ ਜੋ ਕਿ ਪਹਿਲਾਂ ਉੱਥੇ ਆ ਚੁੱਕਾ ਸੀ, ਕਿੰਨਾ ਸਮਾਂ ਹੋ ਚੁੱਕਾ ਹੈ। ਉਸ ਦੇ ਨਾਲ ਵਿਅਕਤੀ ਨੇ ਆਖਿਆ ਕਰੀਬ 5 ਮਿੰਟ, ਅਤੇ ਉਸਨੇ ਸੰਗੀਤ ਦੇ ਪੇਪਰ ਨੂੰ ਉਠਾਇਆ ਅਤੇ ਆਖਿਆ ਮੈਂ ਇਸ ਨੂੰ ਪੜ੍ਹ ਚੁੱਕਾ ਹਾਂ। ਮਸੀਹ ਦੀ ਆਮਦ ਤੋਂ ਪਹਿਲਾਂ ਅਸੀਂ ਆਖਰੀ ਭਜਨ ਗਾ ਰਹੇ ਹਾਂ। ਮੈਂ ਨਹੀਂ ਵਿਸ਼ਵਾਸ ਕਰਦਾ ਕਿ ਅਸੀਂ ਅਸਲ ਵਿੱਚ ਆਪਣੀਆਂ ਸੁਭਾਵਾਂ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ ਜਦੋਂ ਤੱਕ ਸਾਡੀਆਂ ਰੂਹਾਂ ਉੱਭਰੀਆਂ ਨਾ ਜਾਣ। ਅਸੀਂ ਯਿਸੂ ਮਸੀਹ ਦੀ ਮਹਿਮਾਮਈ ਦੂਸਰੀ ਆਮਦ ਦੇ ਉੱਤੇ ਧਿਆਨ ਨਾ ਕਰੀਏ ਅਤੇ ਅਸੀਂ ਦੂਸਰੇ ਲੋਕਾਂ ਨੂੰ ਉਸ ਬਾਰੇ ਦੱਸਣ ਲਈ ਤਿਆਰ ਨਾ ਹੋਈਏ। ਹੁਣ ਇਸ ਬਾਰੇ ਗੌਰ ਕਰੋ, ਸਾਡੀ ਬੰਦਗੀ ਦੀ ਸਭਾ ਵਿੱਚ ਯਾਦਗਾਰੀ ਪ੍ਰਚਾਰ ਅਤੇ ਆਸ ਦੇ ਬਾਰੇ। ਆਪ ਆਖਦੇ ਹੋ ਪਾਸਵਾਨ ਸਾਹਿਬ, ਅਸੀਂ ਇਹ ਸਭ ਕਿਵੇਂ ਕਰਦੇ ਹਾਂ? ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ। ਅਸੀਂ ਆਉਂਦੇ ਹਾਂ ਅਤੇ ਭਾਵੇਂ ਅਸੀਂ ਇੱਕ ਦੂਸਰੇ ਦੇ ਨਾਲ ਕੁਝ ਪਲ ਬਿਤਾਉਂਦੇ ਹਾਂ, ਅਸੀਂ ਇਹ ਖੋਜ ਕਰਦੇ ਹਾਂ ਕਿ ਉਹ ਪਲ ਜੋ ਕਿ ਅਸੀਂ ਸੇਵਾ ਤੋਂ ਪਹਿਲਾਂ ਬਿਤਾਉਂਦੇ ਹਾਂ ਉਹੀ ਉਹ ਪਲ ਹੁੰਦੇ ਹਨ ਜਦੋਂ ਅਸੀਂ ਅਸਲ ਵਿੱਚ ਬੰਦਗੀ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਪ੍ਰੋਗਰਾਮ ਵਿੱਚ ਲਗਾਉਂਦੇ ਹਾਂ। ਮੈਂ ਹੈਰਾਨ ਹੁੰਦਾ ਹਾਂ ਜੇਕਰ ਅਸੀਂ ਇਹ ਸਮਝਦੇ ਹੋਈਏ। ਮੈਂ ਸੋਚਦਾ ਹਾਂ ਕਿ ਇਹ ਮਹਾਨ ਗੱਲ ਹੁੰਦੀ ਹੈ। ਲੋਕਾਂ ਨੂੰ ਇਹ ਵੇਖਣਾ ਹੈ ਕਿ ਉਹ ਆਪਸ ਵਿੱਚ ਸੰਗਤ ਕਰਨ, ਕਿ ਜੋ ਕੁਝ ਇੱਕ ਸਭਾ ਦੇ ਵਿੱਚ ਹੁੰਦਾ ਹੈ ਉਹ ਇੱਕ ਆਨੰਦਮਈ ਕਾਰਜ ਹੋਵੇ। ਅਤੇ ਮੈਂ ਇਸ ਨੂੰ ਨਿਰਾ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਕਿਤੇ ਨਾ ਕਿਤੇ ਇਸ ਸਾਰੇ ਕਾਰਜ ਦੇ ਵਿੱਚ ਇੱਕੋ ਹੀ ਜਿਹਾ ਸਮਾਂ ਹੋਣਾ ਚਾਹੀਦਾ ਹੈ। ਉਹ ਸਭ ਤੋਂ ਪਰੇ ਹੋਣ ਦਾ ਕੁਝ ਹੋ ਰਿਹਾ ਹੈ ਅਤੇ ਇਹ ਆਖਣ ਦਾ ਕਿ ਹੇ ਪ੍ਰਭੂ, ਜੇਕਰ ਮੈਂ ਆਪਣੇ ਆਪ ਨੂੰ ਇਸ ਲਈ ਤਿਆਰ ਨਹੀਂ ਕਰਦਾ ਜੋ ਕੁਝ ਅਗਲੀ ਘੜੀ ਹੋਣ ਜਾ ਰਿਹਾ ਹੈ, ਅਤੇ ਇਹ ਸਭ ਸਮਾਪਤ ਹੋ ਜਾਵੇਗਾ ਅਤੇ ਇਹ ਤਾਂ ਬਸ ਇੱਕ ਹੋਰ ਅਨੁਭਵ ਹੀ ਬਣ ਜਾਵੇਗਾ। ਸਾਨੂੰ ਆਪਣੇ ਆਪ ਨੂੰ ਨਾਜ਼ੁਕ ਮਿਜਾਜ ਵਾਲੇ ਬਣਾਉਣ ਦੀ ਲੋੜ ਹੈ, ਤਾਂ ਬੰਦਗੀ ਉਹੀ ਹੋਵੇਗੀ ਜੋ ਕਿ ਪਰਮੇਸ਼ਰ ਇਸ ਦੇ ਹੋਣ ਦੀ ਖੁਆਇਸ਼ ਰੱਖਦਾ ਹੈ। ਨੰਬਰ 3, ਬੰਦਗੀ ਲਈ ਤਿਆਰੀ। ਅਸੀਂ ਇਸ ਬਾਰੇ ਗੱਲ ਕਰ ਚੁੱਕੇ ਹਾਂ। ਜਦੋਂ ਬੰਦਗੀ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਤਦ ਕੀ ਵਰਤਦਾ ਹੈ। ਪਾਲੂਸ ਨੇ ਇਸ ਵਚਨ ਦੇ ਭਾਗ ਵਿੱਚ ਇਸ ਲਈ ਕਾਫੀ ਸਮਾਂ ਗੁਜ਼ਾਰਿਆ ਹੈ ਤਾਂ ਕਿ ਉਹ ਸਾਨੂੰ ਇਸ ਬਾਰੇ ਵਿਸਥਾਰ ਨਾਲ ਦੱਸੇ ਕਿ ਬੰਦਗੀ ਦਾ ਅਰਥ ਕੀ ਹੁੰਦਾ ਹੈ। ਮੈਂ ਇਸ ਵਿੱਚ ਇੱਕ ਤੀਸਰੀ ਗੱਲ ਜੋੜ ਦੇਵਾਂ। ਜਦੋਂ ਕਿ ਅਸੀਂ ਇਸ ਅਧਿਆਇ ਨੂੰ ਸਮਾਪਤ ਕਰਦੇ ਹਾਂ, ਬੰਦਗੀ ਦਾ ਅਪਮਾਨ ਅਤੇ ਬੰਦਗੀ ਦੀ ਵਿਆਖਿਆ, ਅਤੇ ਤੀਸਰੀ ਗੱਲ ਹੈ ਬੰਦਗੀ ਦੇ ਲਈ ਤਿਆਰੀ। 28 ਐਤ ਦੇ ਆਰੰਭ ਵਿੱਚ ਪਾਲੂਸ ਇਸ ਤਰ੍ਹਾਂ ਆਖਦਾ ਹੈ, ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਏ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਾਰਨ ਬਹਾਲੇ ਤੁਹਾਡੇ ਵਿੱਚ ਨਿਤਾਣੇ ਅਤੇ ਰੋਗੀ ਹਨ ਅਤੇ ਕਈ ਸੁੱਤੇ ਪਏ ਹਨ, ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ। ਊੜਾ ਭਾਗ ਬੰਦਗੀ ਵਿੱਚ ਨਿੱਜੀ ਜਾਂਚ ਸ਼ਾਮਿਲ ਹੈ।
ਬੰਦਗੀ ਦੇ ਲਈ ਤਿਆਰੀ ਵਿੱਚ ਸਾਡੇ ਆਪਣੇ ਆਪ ਵਜੋਂ ਉਹ ਸਮਝ ਸ਼ਾਮਲ ਹੈ ਕਿ ਜੋ ਬੰਦਗੀ ਹੈ ਇਹ ਇੱਕ ਮੌਕਾ ਨਹੀਂ ਹੈ, ਇਹ ਤਾਂ ਇੱਕ ਅਨੁਭਵ ਹੈ। ਇਹ ਦਰਸ਼ਕਾਂ ਦੇ ਲਈ ਨਹੀਂ ਬਣਾਈ ਜਾਈ, ਇਹ ਤਾਂ ਇਸ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਲਈ ਬਣਾਈ ਗਈ ਹੈ। ਇਸ ਕਲੀਸਿਆ ਦੇ ਵਿੱਚ ਬਹੁਤ ਕੁਝ ਹੈ ਜੋ ਕੁਝ ਅਸੀਂ ਇਸ ਬਾਰੇ ਸਿੱਖਣਾ ਹੈ, ਪਰ ਜੇਕਰ ਅਸੀਂ ਸੁਚੇਤ ਨਹੀਂ ਹਾਂ ਤਦ ਸਾਰੇ ਸਿਤਾਰੇ ਮੰਚ ਉੱਤੇ ਅਧਿਕਾਰੀ ਘਰ ਦੇ ਉੱਤੇ ਸਾਹਮਣੇ ਆਉਂਦੇ ਹਨ ਅਤੇ ਅਸੀਂ ਤਾਂ ਸਿਰਫ ਉੱਥੇ ਬੈਠੇ ਦੇਖ ਰਹੇ ਹੋਵਾਂਗੇ ਅਤੇ ਅਸੀਂ ਪਰਮੇਸ਼ਰ ਦੀ ਬੰਦਗੀ ਵਿੱਚ ਸ਼ਾਮਲ ਨਹੀਂ ਹੋਵਾਂਗੇ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਆਪ ਇੱਕ ਉਚਿਤ ਢੰਗ ਦੇ ਨਾਲ ਪੇਸ਼ ਕੀਤੇ ਕਿਸੇ ਇੱਕ ਵਿਅਕਤੀ ਦੇ ਭਜਨ ਦੀ ਬੰਦਗੀ ਵਿੱਚ ਸ਼ਾਮਲ ਨਹੀਂ ਹੋ ਸਕਦੇ, ਜਾਂ ਫਿਰ ਦੋ ਲੋਕਾਂ ਦੇ ਦੁਆਰਾ ਗਾਏ ਹੋਏ, ਜਾਂ ਫਿਰ ਕੁਝ ਹੋਰ ਲੋਕਾਂ ਦੇ, ਪਰ ਜੋ ਬੰਦਗੀ ਹੈ ਇਹ ਇੱਕ ਕਾਰਜਸ਼ੀਲ ਹੈ, ਇਸ ਵਿੱਚ ਸ਼ਾਮਲ ਹੋਣਾ ਹੁੰਦਾ ਹੈ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਅਧਿਐਨ ਪ੍ਰੋਗਰਾਮ ਨੂੰ ਬੜੇ ਧਿਆਨ ਦੇ ਨਾਲ ਵੇਖ ਰਹੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖ ਰਹੇ ਸੀ ਕਿ ਬਾਈਬਲ ਪ੍ਰਭੂ ਭੋਜ ਬਾਰੇ ਕੀ ਕਹਿੰਦੀ ਹੈ। ਦੋਸਤੋ, ਅਸੀਂ ਵੇਖਿਆ ਕਿ ਪੌਲੁਸ ਨੂੰ ਕੋਰਿੰਥੀਆਂ ਦੀ ਕਲੀਸਿਆ ਨੂੰ ਪ੍ਰਭੂ ਭੋਜ ਬਾਰੇ ਸਿਖਾਉਣ ਦੀ ਲੋੜ ਕਿਉਂ ਪਈ, ਕਿਉਂਕਿ ਉਹ ਕਲੀਸਿਆ ਦੇ ਲੋਕਾਂ ਵਿੱਚ ਆਪਸੀ ਸਾਂਝ ਨਹੀਂ ਸੀ। ਉਹਨਾਂ ਨੂੰ ਪ੍ਰਭੂ ਭੋਜ ਦੇ ਬਾਰੇ ਕੋਈ ਸਮਝ ਨਹੀਂ ਸੀ। ਇਸ ਨੂੰ ਕਿਵੇਂ ਲੈਣਾ ਚਾਹੀਦਾ ਹੈ, ਉਹ ਜਾਣੇ ਅਣਜਾਣੇ ਵਿੱਚ ਪ੍ਰਭੂ ਭੋਜ ਨੂੰ ਬੰਦਗੀ ਦਾ ਅਪਮਾਨ ਕਰਦੇ ਸੀ, ਜੋ ਕਿ ਕਿਸੇ ਵੀ ਤਰ੍ਹਾਂ ਚੰਗੀ ਗੱਲ ਨਹੀਂ ਸੀ। ਪ੍ਰਭੂ ਭੋਜ ਦੀ ਬੰਦਗੀ ਦੇ ਨਾਲ ਦੋ ਪ੍ਰਮੁੱਖ ਤੱਤ ਜੁੜੇ ਹੋਏ ਹਨ। ਪਹਿਲਾ, ਯਾਦਗਾਰੀ ਦਾ ਤੱਤ, ਯਾਨੀ ਕਿ ਉਹਨਾਂ ਗੱਲਾਂ ਨੂੰ ਯਾਦ ਕਰਨਾ ਜਿਹੜੀਆਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਪਾਪਾਂ ਤੋਂ ਮੁਕਤੀ ਦੇਣ ਲਈ ਸਾਡੇ ਲਈ ਆਪਣਾ ਬਲੀਦਾਨ ਦੇਣ ਵਾਲੇ ਕੀਤੀਆਂ। ਦੂਜਾ ਤੱਤ ਯਾਦ ਕਰਨਾ ਹੈ। ਇਸ ਤਰ੍ਹਾਂ ਪ੍ਰਭੂ ਭੋਜ ਇੱਕ ਪਵਿੱਤਰ ਰਸਮ ਹੈ ਅਤੇ ਸਾਨੂੰ ਬੜੀ ਗੰਭੀਰਤਾ ਅਤੇ ਸਲੀਕੇ ਦੇ ਨਾਲ ਇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਦੋਸਤੋ, ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਗਿਆ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਵਰ ਮਹਾਨ ਕਿਰਪਾਲੂ ਦਿਆਲੂ ਪਰਮੇਸ਼ਵਰ ਹੋ, ਔਰ ਤੁਸੀਂ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੇ ਭੇਜ ਦਿੱਤਾ ਤਾਂ ਕਿ ਪਿਤਾ ਪਰਮੇਸ਼ਵਰ ਉਹ ਸਾਡੇ ਲਈ ਮਾਰਿਆ ਜਾਏ, ਗੱਡਿਆ ਜਾਏ ਔਰ ਮੁਰਦਿਆਂ ਵਿੱਚੋਂ ਜੀ ਉਠੇ ਔਰ ਸਾਡੀ ਮੁਕਤੀ ਦਾ ਕਾਰਨ ਬਣ ਸਕੇ। ਪਿਆਰੇ ਪਿਤਾ ਪਰਮੇਸ਼ਵਰ, ਅੱਜ ਅਸੀਂ ਤੇਰੇ ਵਚਨ ਦੇ ਜ਼ਰੀਏ ਇਸ ਗੱਲ ਨੂੰ ਸਿੱਖਿਆ ਕਿ ਪ੍ਰਭੂ ਭੋਜ ਦਾ ਮਹੱਤਵ ਕੀ ਹੈ। ਅਸੀਂ ਸਿੱਖਿਆ ਕਿ ਇਸ ਦੇ ਜ਼ਰੀਏ ਅਸੀਂ ਕਿਸ ਤਰ੍ਹਾਂ ਇੱਕ ਰੀਤ ਨੂੰ ਤੁਹਾਡੀ ਯਾਦਗਾਰੀ ਵਿੱਚ ਕਰ ਸਕੀਏ ਔਰ ਹਮੇਸ਼ਾ ਯਾਦ ਰੱਖੀਏ ਕਿ ਪ੍ਰਭੂ ਭੋਜ ਇਸ ਲਈ ਦਿੱਤਾ ਜਾਂਦਾ ਤਾਂ ਕਿ ਅਸੀਂ ਤੁਹਾਡੀ ਮੌਤ ਨੂੰ ਯਾਦ ਰੱਖੀਏ ਕਿ ਤੁਸੀਂ ਸਾਡੇ ਖਾਤਰ ਕੀ ਕੀਤਾ ਔਰ ਤੁਸੀਂ ਆਪਣੇ ਬਲੀਦਾਨ ਦੇ ਦੁਆਰਾ ਸਾਡੀ ਮੁਕਤੀ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ। ਪ੍ਰਭੂ ਜੀ, ਸਾਡੇ ਤੇ ਰਹਿਮ ਕਰੋ ਕਿ ਤੁਹਾਡੇ ਆਉਣ ਦੇ ਦਿਨ ਤੱਕ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਪ੍ਰਭੂ ਭੋਜ ਕਿਉਂ ਲੈਂਦੇ ਹਾਂ। ਅਸੀਂ ਜਾਣੇ ਅਣਜਾਣੇ ਵਿੱਚ ਵੀ ਉਹ ਗਲਤੀਆਂ ਨਾ ਕਰ ਸਕੀਏ ਜਿਹੜੀਆਂ ਕਿ ਕੋਰਿੰਥੀਆਂ ਦੀ ਕਲੀਸਿਆਵਾਂ ਨੇ ਕੀਤੀਆਂ ਤੇ ਅੱਜ ਬਹੁਤ ਸਾਰੀ ਕਲੀਸਿਆਵਾਂ ਕਰਦੀਆਂ। ਪਿਤਾ ਪਰਮੇਸ਼ਰ, ਇਸ ਚੰਗੀ ਸਿੱਖਿਆ ਵਾਸਤੇ, ਗੰਭੀਰ ਸਿੱਖਿਆ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਹ ਸਿੱਖਿਆ ਸਾਡੇ ਸਾਰਿਆਂ ਦੇ ਜੀਵਨਾਂ ਵਿੱਚ ਉਤਰ ਜਾਏ। ਅਸੀਂ ਤੁਹਾਡੇ ਪ੍ਰਭੂ ਭੋਜ ਨੂੰ ਗੰਭੀਰਤਾ ਦੇ ਨਾਲ ਲਈਏ ਔਰ ਆਦਰ ਸਤਿਕਾਰ ਨਾਲ ਲਈਏ। ਜਦ ਕਦੀ ਵੀ ਅਸੀਂ ਤੁਹਾਡੀ ਮੇਜ਼ ਦੇ ਕੋਲ ਆਈਏ ਪ੍ਰਭੂ ਜੀ, ਤੁਹਾਡਾ ਆਦਰ ਕਰੀਏ ਔਰ ਆਪਣੇ ਆਪ ਨੂੰ ਜਾਂਚ ਸਕੀਏ। ਧੰਨਵਾਦ ਕਰਦੇ ਪ੍ਰਭੂ ਜੀ ਇਸ ਅੱਛੀ ਸਿੱਖਿਆ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।